ਹੈਲੋ ਸਟੂਡੈਂਟਸ, ਮੈਂ ਸੰਜੀਵ ਫਰੋਮ ਇੰਗਲਿਸ਼ ਜ਼ੋਨ ਬਠਿੰਡਾ। ਅੱਜ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆਇਆ ਹਾਂ। ਅੱਜ ਦੀ ਵੀਡੀਓ ਦੇ ਵਿੱਚ ਅਸੀਂ ਟਾਸਕ 1 ਦੀ ਇੰਟਰੋਡਕਸ਼ਨ ਨੂੰ ਲਿਖਣਾ ਸਿੱਖਾਂਗੇ। ਟਾਸਕ 1 ਅਕੈਡਮਿਕ ਵਾਲੇ ਸਟੂਡੈਂਟਸ ਨੂੰ ਗ੍ਰਾਫ ਲਿਖਣ ਲਈ ਆਉਂਦਾ ਹੈ, ਇਸ ਕਰਕੇ ਅੱਜ ਅਸੀਂ ਉਹਦੀ ਇੰਟਰੋਡਕਸ਼ਨ ਸਟਾਰਟ ਕਰਦੇ ਹਾਂ। ਲਾਸਟ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿਸ ਤਰੀਕੇ ਨਾਲ ਤੁਸੀਂ ਵੋਕੈਬਲਰੀ ਵਰਡ ਯੂਜ਼ ਕਰ ਸਕਦੇ ਹੋ, ਕਿਹੜੇ ਵੋਕੈਬਲਰੀ ਵਰਡ ਕਦੋਂ ਯੂਜ਼ ਕੀਤੇ ਜਾਂਦੇ ਨੇ। ਸੋ ਤੁਸੀਂ ਲਾਸਟ ਸੀਰੀਜ਼ ਨੂੰ ਦੇਖ ਸਕਦੇ ਹੋ ਜੇ ਤੁਸੀਂ ਵੋਕੈਬਲਰੀ ਵਰਡ ਸਿੱਖਣਾ ਚਾਹੁੰਦੇ ਹੋ ਟਾਸਕ 1 ਦੇ ਰਿਲੇਟਡ। ਅੱਜ ਅਸੀਂ ਦੇਖਦੇ ਹਾਂ ਇੰਟਰੋਡਕਸ਼ਨ ਕਿਸ ਤਰੀਕੇ ਨਾਲ ਲਿਖੀ ਜਾਂਦੀ ਹੈ। ਬਹੁਤ ਈਜ਼ੀ ਵੇ ਨਾਲ ਤੁਸੀਂ ਪੈਰਾਫਰੇਜ਼ ਕਰ ਸਕਦੇ ਹੋ। ਪੈਰਾਫਰੇਜ਼ ਕਰਨ ਦਾ ਮਤਲਬ ਹੁੰਦਾ ਹੈ ਆਪਣੇ ਸ਼ਬਦਾਂ ਦੇ ਵਿੱਚ ਕਿਸੇ ਚੀਜ਼ ਨੂੰ ਲਿਖਣਾ। ਮੀਨਸ ਜੋ ਸਟੇਟਮੈਂਟ ਆਲਰੇਡੀ ਲਿਖੀ ਹੋਈ ਹੈ ਉਸ ਚੀਜ਼ ਨੂੰ ਆਪਣੇ ਸ਼ਬਦਾਂ ਦੇ ਵਿੱਚ ਲਿਖਣਾ, ਮੀਨਸ ਉਹਨੂੰ ਚੇਂਜ ਕਰਕੇ ਲਿਖਣਾ। ਸੋ ਈਜ਼ੀਲੀ ਸਟੂਡੈਂਟਸ ਇਸ ਚੀਜ਼ ਨੂੰ ਕਰ ਸਕਦੇ ਨੇ ਜੇ ਤੁਸੀਂ ਕੁਝ ਕੁ ਗੱਲਾਂ ਦਾ ਧਿਆਨ ਰੱਖੋਗੇ, ਅਤੇ ਜੋ ਮੈਂ ਅੱਜ ਤੁਹਾਨੂੰ ਵੋਕੈਬਲਰੀ ਵਰਡਸ ਕਰਵਾਵਾਂਗਾ ਉਹਨਾਂ ਦਾ ਤੁਸੀਂ ਈਜ਼ੀਲੀ ਯੂਜ਼ ਕਰ ਸਕਦੇ ਹੋ। ਹੁਣ ਅਸੀਂ ਸਟਾਰਟ ਕਰਦੇ ਹਾਂ ਟਾਸਕ 1 ਦੀ ਇੰਟਰੋਡਕਸ਼ਨ। ਹਾਊ ਟੂ ਰਾਈਟ ਐਨ ਇੰਟਰੋਡਕਸ਼ਨ ਆਫ ਟਾਸਕ 1। ਸੋ ਫਸਟ ਤੁਸੀਂ ਸਟਾਰਟ ਕਰਨਾ ਹੁੰਦਾ ਹੈ ਦਾ ਲਾਈਨ ਗ੍ਰਾਫ। ਇੱਥੇ ਦੇਖੋ ਲਾਈਨ ਗ੍ਰਾਫ ਆਪਾਂ ਲਿਖਿਆ ਹੈ। ਲਾਈਨ ਗ੍ਰਾਫ ਦੀ ਜਗ੍ਹਾ ਤੇ ਤੁਸੀਂ ਜੋ ਵੀ ਗ੍ਰਾਫ ਤੁਹਾਡੇ ਕੋਲ ਆਉਂਦਾ ਹੈ, ਚਾਹੇ ਉਹ ਬਾਰ ਗ੍ਰਾਫ ਹੈ, ਤੁਸੀਂ ਇੱਥੇ ਬਾਰ ਗ੍ਰਾਫ ਲਿਖ ਸਕਦੇ ਹੋ। ਪਾਈ ਚਾਰਟ ਆਉਂਦਾ ਹੈ ਜਾਂ ਟੇਬਲ ਆਉਂਦਾ ਹੈ, ਜੋ ਵੀ ਚਾਰਟ ਤੁਹਾਡੇ ਕੋਲ ਆਉਂਦਾ ਹੈ ਤੁਸੀਂ ਉਹਦੇ ਬਾਰੇ ਲਿਖਣਾ ਹੈ। ਤਾਂ ਉਸ ਤੋਂ ਅੱਗੇ ਤੁਸੀਂ ਲਿਖਣਾ ਹੈ ਦਾ ਲਾਈਨ ਗ੍ਰਾਫ ਜਾਂ ਟੇਬਲ ਜਾਂ ਬਾਰ ਚਾਰਟ ਜਾਂ ਪਾਈ ਚਾਰਟ ਸ਼ੋਜ਼ ਦਾ ਮਤਲਬ ਹੁੰਦਾ ਹੈ ਸ਼ੋਅ ਕਰਦਾ ਹੈ। ਜੇ ਤੁਹਾਨੂੰ ਆਲਰੇਡੀ ਉਹਨਾਂ ਨੇ ਸ਼ੋਅ ਲਿਖਿਆ ਹੋਇਆ ਹੈ, ਆਲਰੇਡੀ ਸਟੇਟਮੈਂਟ ਦੇ ਵਿੱਚ ਸ਼ੋਅ ਲਿਖਿਆ ਹੋਇਆ ਹੈ, ਤੁਸੀਂ ਉੱਥੇ ਸ਼ੋਅ ਦੀ ਜਗ੍ਹਾ ਤੇ ਕਿਹੜੇ ਵਰਡਸ ਲਿਖ ਸਕਦੇ ਹੋ। ਤੁਸੀਂ ਲਿਖ ਸਕਦੇ ਹੋ ਇੰਡੀਕੇਟਸ, ਇਲੂਸੀਡੇਟਸ, ਇਲਸਟ੍ਰੇਟਸ, ਡਿਸਕ੍ਰਾਈਬਸ, ਗਿਵਸ, ਪ੍ਰੈਜ਼ੈਂਟਸ, ਰੀਪ੍ਰਜੈਂਟਸ, ਡਿਸਪਲੇਜ਼, ਆਫਰਸ, ਡਿਪਿਕਟਸ, ਰਿਵੀਲਸ, ਐਕਸਪ੍ਰੈਸਿਸ ਐਂਡ ਪ੍ਰੋਵਾਈਡਸ। ਇਹ ਸਾਰੇ ਵਰਡ ਤੁਸੀਂ ਸ਼ੋਅ ਦੀ ਜਗ੍ਹਾ ਤੇ ਯੂਜ਼ ਕਰ ਸਕਦੇ ਹੋ, ਕਿਉਂਕਿ ਇਹਨਾਂ ਦਾ ਸਾਰੇ ਦਾ ਮਤਲਬ ਹੀ ਸ਼ੋਅ ਕਰਨਾ ਹੁੰਦਾ ਹੈ। ਇਸ ਤਰੀਕੇ ਨਾਲ ਤੁਸੀਂ ਸ਼ੋਅ ਨੂੰ ਰਿਪਲੇਸ ਕਰ ਸਕਦੇ ਹੋ ਇਹਨਾਂ ਸਾਰੇ ਵਰਡਸ ਦਾ ਯੂਜ਼ ਕਰਕੇ। ਕੋਈ ਵੀ ਇਹਨਾਂ ਦੇ ਵਿੱਚੋਂ ਇੱਕ ਵਰਡ ਲਿਖ ਦਿਓ। ਦੇਖੋ ਸਾਰੇ ਵਰਡ ਦੇ ਪਿੱਛੇ ਐਸ ਲੱਗੀ ਹੋਈ ਹੈ, ਜਿਵੇਂ ਸ਼ੋਅ ਦੇ ਪਿੱਛੇ ਐਸ ਲੱਗੀ ਸੀ, ਇੰਡੀਕੇਟ ਦੇ ਪਿੱਛੇ ਐਸ ਲੱਗੀ ਹੋਈ ਹੈ, ਇੱਥੇ ਵੀ ਐਸ ਹੈ, ਐਸ ਸਾਰੇ ਵਰਡ ਦੇ ਪਿੱਛੇ ਐਸ ਲੱਗੀ ਹੈ। ਦੇਖੋ ਇਹ ਐਸ ਲੱਗਣ ਦਾ ਕਾਰਨ ਕੀ ਹੈ? ਇੱਕ ਰੂਲ ਹੈ, ਗ੍ਰਾਮਰ ਦਾ ਰੂਲ ਹੈ, ਉਸ ਅਕੋਰਡਿੰਗਲੀ ਇੱਥੇ ਅਸੀਂ ਐਸ ਲਗਾਉਣੇ ਆ। ਉਹ ਕੀ ਰੂਲ ਹੈ? ਜਦੋਂ ਵੀ ਅਸੀਂ ਪ੍ਰੈਜ਼ੈਂਟ ਦੇ ਵਿੱਚ ਗੱਲ ਕਰਨੀ ਹੈ, ਜਦੋਂ ਵੀ ਅਸੀਂ ਪ੍ਰੈਜ਼ੈਂਟ ਦੇ ਵਿੱਚ ਗੱਲ ਕਰਨੀ ਹੁੰਦੀ ਹੈ, ਪ੍ਰੈਜ਼ੈਂਟ ਟੈਂਸ ਲਿਖਦੇ ਹਾਂ, ਉਦੋਂ ਅਸੀਂ ਵਰਬ ਦੀ ਫਸਟ ਫਾਰਮ ਦੇ ਨਾਲ ਐਸ ਜਾਂ ਈ ਐਸ ਲਗਾਉਣੇ ਆ। ਉਦੋਂ ਅਸੀਂ ਵਰਬ ਦੀ ਫਸਟ ਫਾਰਮ ਦੇ ਨਾਲ ਐਸ ਜਾਂ ਈ ਐਸ ਲਗਾਉਣੇ ਆ। ਐਸ ਜਾਂ ਈ ਐਸ ਕਦੋਂ ਲਗਾਉਣੇ ਆ? ਜਦੋਂ ਸਾਡੇ ਕੋਲੇ ਜਿਹੜਾ ਸਬਜੈਕਟ ਹੈ, ਮੀਨਸ ਗ੍ਰਾਫ ਹੈ, ਉਹ ਸਿੰਗੂਲਰ ਦਿੱਤਾ ਹੁੰਦਾ ਹੈ। ਸਿੰਗੂਲਰ ਮਤਲਬ ਕਿ ਸਿੰਗਲ ਗ੍ਰਾਫ ਦਿੱਤਾ ਹੁੰਦਾ ਹੈ, ਸਿੰਗੂਲਰ ਗ੍ਰਾਫ ਦਿੱਤਾ ਹੁੰਦਾ ਹੈ। ਇਹਦਾ ਮਤਲਬ ਇਹ ਹੈ ਵੀ ਜਦੋਂ ਵੀ ਤੁਹਾਡੇ ਕੋਲ ਇੱਕ ਗ੍ਰਾਫ ਦਿੱਤਾ ਹੋਇਆ ਹੈ, ਮੀਨਸ ਇੱਕ ਲਾਈਨ ਗ੍ਰਾਫ, ਇੱਕ ਬਾਰ ਚਾਰਟ, ਇੱਕ ਪਾਈ ਚਾਰਟ, ਇੱਕ ਟੇਬਲ ਦਿੱਤਾ ਹੋਇਆ ਹੈ, ਉਦੋਂ ਤੁਸੀਂ ਵਰਬ ਦੀ ਫਸਟ ਫਾਰਮ ਮੀਨਸ ਸ਼ੋਅ ਦੇ ਨਾਲ ਐਸ ਲਗਾਓਗੇ ਜਾਂ ਇੰਡੀਕੇਟ ਨਾਲ ਐਸ ਲਗਾਓਗੇ, ਇਹਨਾਂ ਸਾਰਿਆਂ ਵਰਡਸ ਨਾਲ ਐਸ ਲਗਾਓਗੇ। ਅਦਰਵਾਈਜ਼ ਜੇ ਤੁਹਾਡੇ ਕੋਲ ਜ਼ਿਆਦਾ ਦਿੱਤੇ ਨੇ, ਲਾਈਨ ਗ੍ਰਾਫ 2 ਦਿੱਤੇ ਹੈ, ਲਾਈਨ ਗ੍ਰਾਫ 3 ਦਿੱਤੇ ਹੈ, 4 ਦਿੱਤੇ ਹੈ, ਪਾਈ ਚਾਰਟਸ ਦਿੱਤੇ ਨੇ, ਉਦੋਂ ਤੁਸੀਂ ਇੱਥੇ ਐਸ ਲਗਾਉਣਾ ਹੁੰਦਾ ਹੈ। ਜਿਵੇਂ ਇੱਥੇ ਲਿਖਿਆ ਹੈ ਦ ਲਾਈਨ ਗ੍ਰਾਫਸ, ਇੱਥੇ ਗ੍ਰਾਫਸ ਆ ਗਿਆ ਤਾਂ ਤੁਸੀਂ ਫਿਰ ਇੱਥੇ ਐਸ ਨਹੀਂ ਲਗਾਓਗੇ, ਕਿਉਂਕਿ ਇਹ ਪਲੂਰਲ ਬਣ ਜਾਂਦਾ ਹੈ। ਇਹ ਕੀ ਬਣ ਜਾਂਦਾ ਹੈ? ਪਲੂਰਲ ਬਣ ਜਾਂਦਾ ਹੈ। ਇਸ ਕਰਕੇ ਜਦੋਂ ਵੀ ਪਲੂਰਲ ਆਉਂਦਾ, ਪਲੂਰਲ ਦਾ ਮਤਲਬ ਹੁੰਦਾ ਹੈ ਜ਼ਿਆਦਾ, ਇੱਕ ਤੋਂ ਜ਼ਿਆਦਾ ਚੀਜ਼ਾਂ ਦੀ ਗੱਲ ਹੁੰਦੀ ਹੈ, ਉਦੋਂ ਤੁਸੀਂ ਵਰਬ ਦੀ ਫਸਟ ਫਾਰਮ ਦੇ ਨਾਲ ਐਸ ਨਹੀਂ ਲਗਾਉਣਾ ਹੁੰਦਾ। ਇਹ ਰੂਲ ਹੈ। ਇਸ ਤਰੀਕੇ ਨਾਲ ਤੁਸੀਂ ਇਸ ਚੀਜ਼ ਨੂੰ ਰੱਟਾ ਨਹੀਂ ਮਾਰਨਾ, ਧਿਆਨ ਦੇ ਕੇ ਚੱਲਣਾ ਹੈ ਵੀ ਇਹਦਾ ਰੂਲ ਹੈ ਪ੍ਰੋਪਰ ਰੂਲ ਕੀ ਹੈ? ਜਦੋਂ ਅਸੀਂ ਪ੍ਰੈਜ਼ੈਂਟ ਦੇ ਵਿੱਚ ਗੱਲ ਕਰਦੇ ਹਾਂ, ਵਰਬ ਦੀ ਫਸਟ ਫਾਰਮ ਨਾਲ ਐਸ ਔਰ ਈ ਐਸ ਲੱਗਦਾ ਹੈ। ਜਦੋਂ ਸਿੰਗੂਲਰ ਦੀ ਗੱਲ ਹੁੰਦੀ ਹੈ, ਸਬਜੈਕਟ ਕੀ ਹੁੰਦਾ ਹੈ ਸਾਡੇ ਕੋਲ? ਸਿੰਗੂਲਰ ਹੁੰਦਾ ਹੈ। ਇੱਥੇ ਸਬਜੈਕਟ ਕੀ ਹੈ? ਦ ਲਾਈਨ ਗ੍ਰਾਫ। ਇੱਕ ਗ੍ਰਾਫ ਸੀ, ਐਸ ਨਹੀਂ ਲੱਗੀ ਹੋਈ ਸੀ, ਮੀਨਸ 2 ਗ੍ਰਾਫਸ ਨਹੀਂ ਸੀ, ਇੱਕ ਗ੍ਰਾਫ ਸੀ, ਤਾਂ ਆਪਾਂ ਇੱਥੇ ਐਸ ਲਗਾਵਾਂਗੇ। ਇਸ ਤਰੀਕੇ ਨਾਲ ਤੁਸੀਂ ਸਿੰਗੂਲਰ ਫਾਰਮ ਦੇ ਨਾਲ, ਸਿੰਗੂਲਰ ਨਾਊਨ ਦੇ ਨਾਲ ਵਰਬ ਦੀ ਫਸਟ ਫਾਰਮ ਦੇ ਨਾਲ ਐਸ ਔਰ ਈ ਐਸ ਲਗਾਉਣਾ ਹੈ। ਹੁਣ ਦੇਖਦੇ ਹਾਂ ਐਸ ਅਤੇ ਈ ਐਸ ਕਦੋਂ ਲੱਗਦਾ ਹੈ। ਇਹਦਾ ਵੀ ਇੱਕ ਰੂਲ ਹੈ, ਐਸ ਕਦੋਂ ਲੱਗਦਾ ਹੈ ਅਤੇ ਈ ਐਸ ਕਦੋਂ ਲੱਗਦਾ ਹੈ। ਕਈ ਵਰਡਸ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਨਾਲ ਈ ਐਸ ਲੱਗਦਾ ਹੈ। ਜਿਵੇਂ ਆਪਾਂ ਗੋ ਵਰਡ ਦੇਖਦੇ ਹਾਂ, ਗੋ ਦੇ ਨਾਲ ਈ ਐਸ ਲੱਗਦਾ ਹੈ। ਜਦੋਂ ਅਸੀਂ ਟਾਸਕ 1 ਦੀ ਗੱਲ ਕਰਦੇ ਹਾਂ, ਟਾਸਕ 1 ਦੇ ਵਿੱਚ ਜਿਹੜੇ ਵਰਡਸ ਯੂਜ਼ ਹੋਣਗੇ ਸ਼ੋਅ ਦੀ ਜਗ੍ਹਾ ਤੇ, ਉਹਨਾਂ ਨਾਲ ਐਸ ਹੀ ਲੱਗੂਗਾ, ਕਿਸੇ ਨਾਲ ਈ ਐਸ ਨਹੀਂ ਲੱਗਦਾ। ਕੱਲਾ ਐਕਸਪ੍ਰੈਸ ਨੂੰ ਛੱਡ ਕੇ, ਐਕਸਪ੍ਰੈਸ ਲੱਗਿਆ ਹੋਇਆ ਹੈ, ਐਕਸਪ੍ਰੈਸ ਈ ਐਸ, ਐਕਸਪ੍ਰੈਸ ਦੇ ਨਾਲ ਕੀ ਲੱਗਿਆ ਹੋਇਆ? ਈ ਐਸ ਲੱਗਿਆ ਹੈ, ਬਾਕੀ ਸਾਰਿਆਂ ਨਾਲ ਐਸ ਲੱਗਿਆ ਹੋਇਆ। ਇਸ ਤਰੀਕੇ ਨਾਲ ਤੁਸੀਂ ਇਸ ਚੀਜ਼ ਦਾ ਧਿਆਨ ਰੱਖਣਾ ਹੈ ਐਸ ਅਤੇ ਈ ਐਸ ਕਦੋਂ ਲਗਾਉਣਾ ਹੈ। ਅਤੇ
ਜਦੋਂ ਸਾਡੇ ਕੋਲ ਸਿੰਗਲ ਗ੍ਰਾਫ ਹੈ ਉਦੋਂ ਸ਼ੋ ਦੇ ਨਾਲ ਜਾਂ ਇੰਡੀਕੇਟ ਦੇ ਨਾਲ ਐਸ ਲੱਗੂਗਾ। ਜਦੋਂ ਸਾਡੇ ਕੋਲ ਜ਼ਿਆਦਾ ਨੇ, ਇੱਕ ਤੋਂ ਜ਼ਿਆਦਾ ਗ੍ਰਾਫਸ ਦੀ ਗੱਲ ਕਰ ਰਹੇ ਹਾਂ, ਉਦੋਂ ਐਸ ਨਹੀਂ ਲੱਗਣਾ। ਸੋ ਇਸ ਤਰੀਕੇ ਨਾਲ ਤੁਸੀਂ ਇਹ ਚੀਜ਼ ਨੂੰ ਧਿਆਨ ਨਾਲ ਲਿਖਣਾ ਹੈ। ਸੋ ਮੈਨੂੰ ਲੱਗਦਾ ਹੈ ਹੁਣ ਤੁਹਾਨੂੰ ਸਾਰੀ ਚੀਜ਼ ਸਮਝ ਆ ਗਈ। ਇਸ ਤੋਂ ਅੱਗੇ ਮੂਵ ਕਰਦੇ ਹਾਂ ਅਸੀਂ। ਤੁਸੀਂ ਇਕੱਲਾ ਲਾਈਨ ਗ੍ਰਾਫ ਲਿਖਣ ਦੀ ਜਗ੍ਹਾ ਤੇ ਗਿਵਨ ਲਾਈਨ ਗ੍ਰਾਫ ਵੀ ਲਿਖ ਸਕਦੇ ਹੋ। ਤੁਸੀਂ ਲਿਖ ਸਕਦੇ ਹੋ ਦ ਗਿਵਨ ਲਾਈਨ ਗ੍ਰਾਫ। ਇਕੱਲਾ ਲਾਈਨ ਗ੍ਰਾਫ ਲਿਖਣ ਦੀ ਜਗ੍ਹਾ ਤੇ ਦ ਗਿਵਨ ਲਾਈਨ ਗ੍ਰਾਫ, ਜਾਂ ਫਿਰ ਗਿਵਨ ਲਾਈਨ ਗ੍ਰਾਫ ਦੀ ਜਗ੍ਹਾ ਤੇ ਗਿਵਨ ਦੀ ਜਗ੍ਹਾ ਤੇ ਤੁਸੀਂ ਲਿਖ ਸਕਦੇ ਹੋ ਅਸਾਈਨਡ। ਅਸਾਈਨਡ ਮਤਲਬ ਵੀ ਗਿਵਨ ਹੀ ਹੁੰਦਾ ਹੈ। ਰੈਂਡਰਡ, ਇਹਦੀ ਜਗ੍ਹਾ ਤੇ ਰੈਂਡਰਡ ਵੀ ਲਿਖ ਸਕਦੇ ਹੋ। ਪ੍ਰੋਵਾਈਡਡ ਵੀ ਲਿਖ ਸਕਦੇ ਹੋ। ਪ੍ਰੈਜ਼ੈਂਟਡ, ਸਪਲਾਈਡ, ਇਹ ਸਾਰੇ ਵਰਡਸ ਤੁਸੀਂ ਗਿਵਨ ਦੀ ਜਗ੍ਹਾ ਤੇ ਲਿਖ ਸਕਦੇ ਹੋ। ਕੋਈ ਵੀ ਵਰਡ ਤੁਸੀਂ ਇਹਨਾਂ ਦੇ ਵਿੱਚ ਚੂਜ਼ ਕਰਕੇ ਆਪਣਾ ਰਾਈਟਿੰਗ ਦੇ ਵਿੱਚ ਲਿਖ ਸਕਦੇ ਹੋ। ਗਿਵਨ, ਅਸਾਈਨਡ, ਰੈਂਡਰਡ, ਪ੍ਰੋਵਾਈਡਡ, ਪ੍ਰੈਜ਼ੈਂਟਡ, ਸਪਲਾਈਡ। ਜਿਵੇਂ ਲਿਖਣਾ ਹੈ ਦ ਗਿਵਨ ਲਾਈਨ ਗ੍ਰਾਫ, ਦ ਅਸਾਈਨਡ ਲਾਈਨ ਗ੍ਰਾਫ, ਦ ਰੈਂਡਰਡ ਲਾਈਨ ਗ੍ਰਾਫ, ਦ ਪ੍ਰੋਵਾਈਡਡ ਲਾਈਨ ਗ੍ਰਾਫ, ਦ ਪ੍ਰੈਜ਼ੈਂਟਡ ਲਾਈਨ ਗ੍ਰਾਫ, ਦ ਸਪਲਾਈਡ ਲਾਈਨ ਗ੍ਰਾਫ। ਕੀ ਕਰਦਾ ਹੈ? ਸ਼ੋਜ਼, ਇੰਡੀਕੇਟਸ, ਇਲੂਸੀਡੇਟਸ, illustrates, describes, gives, presents, represents, displays, offers, depicts, reveals, expresses, provides। ਕੀ ਪ੍ਰੋਵਾਈਡ ਕਰਦਾ ਹੈ? the number of cars, ਕਿਹਦੇ ਨੰਬਰਸ? ਕਾਰ ਦੇ ਨੰਬਰ। the proportion of money, ਮਨੀ ਦੀ proportion। the percentage of people, people ਦੀ percentage। information about the consumption of food, ਕਾਹਦੇ ਬਾਰੇ ਇਨਫੋਰਮੇਸ਼ਨ ਪ੍ਰੋਵਾਈਡ ਕਰਦਾ ਹੈ? ਕੰਜ਼ੰਪਸ਼ਨ ਆਫ ਫੂਡ ਬਾਰੇ। ਸੋ ਇਸ ਤਰੀਕੇ ਨਾਲ ਤੁਸੀਂ ਜਿਹੜੀ ਹੈ ਫਸਟ ਲਾਈਨ ਲਿਖਣੀ ਹੈ। ਲਾਈਨ ਗ੍ਰਾਫ ਲਿਖਣਾ ਹੈ, ਬਾਰ ਚਾਰਟ ਲਿਖਣਾ ਹੈ, ਪਾਈ ਚਾਰਟ, ਟੇਬਲ, ਕੁਝ ਵੀ ਲਿਖਣਾ ਹੈ। ਤੁਸੀਂ ਧਿਆਨ ਰੱਖਣਾ ਹੈ ਜੇ ਸਿੰਗਲ ਹੈ ਤਾਂ ਐਸ ਲੱਗੂਗੀ, ਜੇ ਪਲੂਰਲ ਹੈ ਤਾਂ ਐਸ ਨਹੀਂ ਲੱਗਣੀ। ਐਂਡ ਗਿਵਨ ਦੀ ਜਗ੍ਹਾ ਤੇ ਤੁਸੀਂ ਆਹ ਵਰਡ ਯੂਜ਼ ਕਰ ਸਕਦੇ ਹੋ। ਸ਼ੋ ਦੀ ਜਗ੍ਹਾ ਤੇ ਤੁਸੀਂ ਆਹ ਵਾਲੇ ਵਰਡ ਯੂਜ਼ ਕਰ ਸਕਦੇ ਹੋ। ਇਹ ਅਕੋਰਡਿੰਗ ਟੂ ਦਾ ਗ੍ਰਾਫ ਹੈ। ਜੋ ਵੀ ਚਾਰਟ ਤੁਹਾਡੇ ਕੋਲ ਆਊਗਾ, ਤੁਹਾਡੇ ਕੋਲ ਸਟੇਟਮੈਂਟ ਆਊਗੀ, ਉਸ ਅਕੋਰਡਿੰਗਲੀ ਤੁਸੀਂ ਇਹਨਾਂ ਨੂੰ ਲਿਖਣਾ ਹੈ। ਸੋ ਇਸ ਤਰੀਕੇ ਨਾਲ ਤੁਸੀਂ ਫਸਟ ਲਾਈਨ ਲਿਖ ਸਕਦੇ ਹੋ। ਹੁਣ ਅਸੀਂ ਐਗਜ਼ਾਮਪਲ ਦੇਖਦੇ ਹਾਂ ਕਿਸ ਤਰੀਕੇ ਨਾਲ ਅਸੀਂ ਇੰਟਰੋਡਕਸ਼ਨ ਲਿਖਣੀ ਹੁੰਦੀ ਹੈ। ਇਸ ਐਗਜ਼ਾਮਪਲ ਦੇ ਵਿੱਚ ਅਸੀਂ ਪੈਰਾਫਰੇਜ਼ ਕਰਕੇ ਐਗਜ਼ਾਮਪਲ ਲਿਖੀ ਹੋਈ ਹੈ, ਤਾਂ ਆਪਣੀ ਵਰਡਿੰਗਸ ਦੇ ਵਿੱਚ ਅਸੀਂ ਐਗਜ਼ਾਮਪਲ ਕਰਦੇ ਹਾਂ। ਸੋ ਇਹ ਐਗਜ਼ਾਮਪਲ ਹੈ ਦ ਗਿਵਨ ਲਾਈਨ ਗ੍ਰਾਫ। ਗਿਵਨ ਦੀ ਜਗ੍ਹਾ ਤੇ ਤੁਹਾਨੂੰ ਮੈਂ ਲਾਸਟ ਵਰਡ ਦੱਸੇ ਸੀ ਕਿਹੜੇ ਲਿਖ ਸਕਦੇ ਹੋ। ਰੈਂਡਰਡ, ਅਸਾਈਨਡ, ਪ੍ਰੋਵਾਈਡਡ, ਸਪਲਾਈਡ। ਲਾਈਨ ਗ੍ਰਾਫ, ਜੇ ਲਾਈਨ ਗ੍ਰਾਫ ਹੈ ਲਾਈਨ ਗ੍ਰਾਫ, ਜੇ ਪਾਈ ਚਾਰਟ ਹੈ, ਟੇਬਲ ਹੈ, ਜਾਂ ਫਿਰ ਬਾਰ ਗ੍ਰਾਫ ਹੈ ਅਕੋਰਡਿੰਗ ਟੂ ਦਾ ਗ੍ਰਾਫ। ਡੈਪਿਕਟਸ ਦੇ ਵੀ ਤੁਹਾਨੂੰ ਮੈਂ ਦੱਸੇ ਸੀ। ਸ਼ੋਜ਼ ਲਿਖ ਸਕਦੇ ਹੋ ਜਾਂ ਸ਼ੋ ਲਿਖ ਸਕਦੇ ਹੋ। ਇੰਡੀਕੇਟਸ, ਇਲਸਟ੍ਰੇਟਸ, ਸਾਰੇ ਵਰਡ ਤੁਸੀਂ ਇੱਥੇ ਕੋਈ ਵੀ ਲਿਖ ਸਕਦੇ ਹੋ। ਇੱਥੇ ਐਸ ਲਗਾਉਣਾ ਹੈ ਕਿਉਂਕਿ ਇਹ ਸਿੰਗੂਲਰ ਹੈ। ਸੋ ਇੱਥੇ ਸ਼ੋਜ਼, ਇੱਥੇ ਐਸ ਲੱਗੂਗੀ। ਉਸ ਤੋਂ ਬਾਅਦ ਹੈ ਦ ਨੰਬਰ ਆਫ ਅਮੈਰੀਕਨ। ਦ ਲਾਈਨ ਗ੍ਰਾਫ, ਦ ਗਿਵਨ ਲਾਈਨ ਗ੍ਰਾਫ, ਰੈਂਡਰਡ ਲਾਈਨ ਗ੍ਰਾਫ, ਸ਼ੋਜ਼, ਡਿਪਿਕਟਸ ਦ ਨੰਬਰ ਆਫ ਅਮੈਰੀਕਨ, ਬ੍ਰਿਟਿਸ਼ ਐਂਡ ਆਸਟ੍ਰੇਲੀਅਨ ਸਟੂਡੈਂਟਸ। ਲਾਈਨ ਗ੍ਰਾਫ ਕੀ ਸ਼ੋ ਕਰਦਾ ਹੈ? ਦ ਨੰਬਰ ਆਫ ਅਮੈਰੀਕਨ, ਬ੍ਰਿਟਿਸ਼ ਐਂਡ ਆਸਟ੍ਰੇਲੀਅਨ। ਨੰਬਰ ਸ਼ੋ ਕਰਦਾ ਹੈ ਕਿੰਨਾ ਦੇ? ਅਮੈਰੀਕਨ ਦੇ, ਬ੍ਰਿਟਿਸ਼ ਦੇ ਅਤੇ ਆਸਟ੍ਰੇਲੀਅਨ ਸਟੂਡੈਂਟਸ ਦੇ। ਕਿੰਨਾ ਦੇ ਨੰਬਰ ਸ਼ੋ ਕਰਦਾ ਹੈ? ਅਮੈਰੀਕਨ, ਬ੍ਰਿਟਿਸ਼ ਐਂਡ ਆਸਟ੍ਰੇਲੀਅਨ ਸਟੂਡੈਂਟਸ ਦੇ ਨੰਬਰ ਸ਼ੋ ਕਰਦਾ ਹੈ। ਕਿਹੜੇ ਸਟੂਡੈਂਟਸ? ਹੂ ਸਟੱਡੀਡ, ਜਿਨ੍ਹਾਂ ਨੇ ਸਟੱਡੀ ਕੀਤੀ ਸੀ ਇਨ ਯੂਨੀਵਰਸਿਟੀਜ਼ ਆਫ ਅਦਰ ਨੇਸ਼ਨਸ, ਦੂਜੀਆਂ ਨੇਸ਼ਨਸ ਦੀਆਂ ਯੂਨੀਵਰਸਿਟੀਜ਼ ਦੇ ਵਿੱਚ ਇਹਨਾਂ ਸਟੂਡੈਂਟਸ ਨੇ ਪੜ੍ਹਾਈ ਕੀਤੀ ਸੀ। ਉਹਨਾਂ ਦੇ ਨੰਬਰ ਦੱਸੇ ਹੋਏ ਹੈ। ਓਵਰ ਅ ਪੀਰੀਅਡ ਆਫ 5 ਈਅਰਸ, ਇੱਕ 5 ਸਾਲਾਂ ਦੇ ਪੀਰੀਅਡ ਦੇ ਵਿੱਚ, ਮਤਲਬ ਕਿ 5 ਸਾਲਾਂ ਦੇ ਦੌਰਾਨ ਦਾ ਆਪਣੇ ਕੋਲ ਸਮਾਂ ਦਿੱਤਾ ਹੋਇਆ ਹੈ ਗ੍ਰਾਫ ਦੇ ਵਿੱਚ। ਉਸ ਦੀ ਅਸੀਂ ਇੰਟਰੋਡਕਸ਼ਨ ਲਿਖੀ ਹੈ। ਇਸ ਤਰੀਕੇ ਨਾਲ ਅਸੀਂ ਦੇਖਿਆ ਕਿਹੜੀ ਚੀਜ਼ਾਂ ਅਸੀਂ ਇਨਕਲੂਡ ਕੀਤੀਆਂ। ਫਸਟ, ਲਾਈਨ ਗ੍ਰਾਫ ਕੀ ਸ਼ੋ ਕਰਦਾ ਹੈ? ਗਿਵਨ ਲਾਈਨ ਗ੍ਰਾਫ। ਡਿਪਿਕਟਸ ਸ਼ੋ ਕਰਦਾ ਹੈ ਦ ਨੰਬਰ ਆਫ ਅਮੈਰੀਕਨ, ਬ੍ਰਿਟਿਸ਼ ਐਂਡ ਆਸਟ੍ਰੇਲੀਅਨ ਸਟੂਡੈਂਟਸ ਹੂ ਸਟੱਡੀਡ ਇਨ ਯੂਨੀਵਰਸਿਟੀਜ਼ ਆਫ ਅਦਰ ਨੇਸ਼ਨਸ। ਇੱਥੇ ਅਸੀਂ ਟਾਈਮ ਪੀਰੀਅਡ ਲਿਖਿਆ। ਤੁਸੀਂ ਫਰੋਮ ਡੈਸ਼ ਟੂ ਡੈਸ਼ ਵੀ ਲਿਖ ਸਕਦੇ ਹੋ, ਵੀ ਜੋ ਵੀ ਈਅਰ ਦਿੱਤਾ ਹੋਇਆ ਤੁਹਾਡੇ ਕੋਲੇ, ਠੀਕ ਹੈ। 5 ਈਅਰਸ ਜੋ ਵੀ ਬਣਦੇ ਨੇ ਉੱਥੇ ਗ੍ਰਾਫ ਦੇ ਵਿੱਚ ਦਿੱਤੇ ਹੋਣਗੇ। ਉਸ ਅਕੋਰਡਿੰਗਲੀ ਤੁਸੀਂ ਆਪਣਾ ਜਿਹੜਾ ਹੈ ਟਾਈਮ ਪੀਰੀਅਡ ਲਿਖਣਾ ਹੈ। ਜੇ ਇੱਥੇ 25 ਈਅਰਸ ਹੋ ਸਕਦੇ ਆ, 20 ਈਅਰਸ ਹੋ ਸਕਦੇ ਆ, 10 ਈਅਰਸ ਹੋ ਸਕਦੇ ਆ, ਇੱਥੇ 5 ਈਅਰਸ ਦਿੱਤੇ ਨੇ, ਇਸ ਕਰਕੇ ਓਵਰ ਅ ਪੀਰੀਅਡ ਆਫ 5 ਈਅਰਸ। ਇੱਥੇ 10 ਈਅਰਸ ਵੀ ਹੋ ਸਕਦੇ ਨੇ, ਤੁਸੀਂ 10 ਈਅਰਸ ਵੀ ਲਿਖ ਸਕਦੇ ਹੋ। ਇੱਥੇ 20 ਈਅਰਸ ਵੀ ਹੋ ਸਕਦੇ ਨੇ। ਅਕੋਰਡਿੰਗ ਟੂ ਦਾ ਗ੍ਰਾਫ ਜੋ ਵੀ ਤੁਹਾਡੇ ਕੋਲ ਟਾਈਮ ਦਿੱਤਾ ਹੋਇਆ ਹੈ ਉਸ ਅਕੋਰਡਿੰਗਲੀ ਤੁਸੀਂ ਇੱਥੇ ਟਾਈਮ ਪੀਰੀਅਡ ਲਿਖਣਾ ਹੈ। ਸੋ ਅਸੀਂ ਨੈਕਸਟ ਐਗਜ਼ਾਮਪਲਸ ਦੇਖਦੇ ਹਾਂ। ਹੁਣ ਅਸੀਂ ਦੇਖਦੇ ਹਾਂ ਅਸੀਂ ਟਾਈਮ ਪੀਰੀਅਡ ਨੂੰ ਕਿਵੇਂ ਸ਼ੋ ਕਰ ਸਕਦੇ ਹਾਂ। ਟਾਈਮ ਪੀਰੀਅਡ ਲਈ ਸਾਡੇ ਕੋਲ ਕਿਹੜੇ ਫਰੇਜ਼ਿਸ ਨੇ, ਐਕਸਪ੍ਰੈਸ਼ਨਸ ਕਿਹੜੇ ਅਸੀਂ ਯੂਜ਼ ਕਰ ਸਕਦੇ ਹਾਂ। ਅਲੱਗ-ਅਲੱਗ ਵਰਡਿੰਗ ਯੂਜ਼ ਕਰਕੇ ਤੁਸੀਂ ਟਾਈਮ ਪੀਰੀਅਡ ਨੂੰ ਸ਼ੋ ਕਰ ਸਕਦੇ ਹਾਂ। ਸੋ ਫਸਟ ਫਰੇਜ਼ ਹੈ ਬਿਟਵੀਨ 1985 ਐਂਡ 2011। ਬਿਟਵੀਨ ਲੱਗਿਆ ਹੋਇਆ ਹੈ। ਬਿਟਵੀਨ ਤੋਂ ਬਾਅਦ ਜਿਹੜੇ ਈਅਰ ਤੋਂ ਸਟਾਰਟ ਹੋ ਰਿਹਾ ਹੈ ਗ੍ਰਾਫ,
ਐਂਡ, ਉਸ ਤੋਂ ਬਾਅਦ ਐਂਡ ਲਗਾਉਣਾ ਹੈ। ਬਿਟਵੀਨ ਦੇ ਨਾਲ ਹਮੇਸ਼ਾ ਐਂਡ ਲੱਗੂਗਾ। ਐਂਡ ਲਾਸਟ ਈਅਰ ਦੀ ਗੱਲ ਕੀਤੀ ਗਈ ਹੈ 1985 ਤੋਂ ਲੈ ਕੇ 2011 ਤੱਕ। ਅਸੀਂ ਇਸ ਫਰੇਜ਼ ਨੂੰ ਇਸ ਤਰੀਕੇ ਨਾਲ ਵੀ ਲਿਖ ਸਕਦੇ ਹਾਂ, ਫਰੋਮ 1985 ਟੂ 2011। ਜਦੋਂ ਅਸੀਂ ਫਰੋਮ ਲਿਖਣਾ ਹੈ ਉਦੋਂ ਅਸੀਂ ਟੂ ਲਿਖਾਂਗੇ, ਬਿਟਵੀਨ ਦੇ ਨਾਲ ਐਂਡ ਲੱਗੂਗਾ, ਫਰੋਮ ਦੇ ਨਾਲ ਟੂ ਲੱਗੂਗਾ। ਇਹ ਚੀਜ਼ ਧਿਆਨ ਰੱਖਣੀ ਹੈ। ਹੁਣ ਅਸੀਂ ਨੈਕਸਟ ਫਰੇਜ਼ ਦੇਖਦੇ ਹਾਂ, ਓਵਰ ਅ 26 ਈਅਰ ਸਪੈਨ। 26 ਸਾਲਾਂ ਦੇ ਪੀਰੀਅਡ ਦੇ ਵਿੱਚ, ਸਪੈਨ 26 ਸਾਲਾਂ ਦਾ ਟਾਈਮ ਪੀਰੀਅਡ। ਦੇਖੋ ਇਹ ਹਾਈਫਨੇਟਡ ਵਰਡ ਹੈ, 26 ਲਿਖਿਆ ਹੈ, ਉਸ ਤੋਂ ਬਾਅਦ ਹਾਈਫਨ, ਫਿਰ ਈਅਰ, ਫਿਰ ਹਾਈਫਨ, ਫਿਰ ਸਪੈਨ। ਇੱਥੇ ਈਅਰਸ ਨਹੀਂ ਲਿਖਣਾ, ਤੁਸੀਂ ਈਅਰ ਲਿਖੋਗੇ ਅ 26 ਈਅਰ ਸਪੈਨ। ਇਸ ਤਰੀਕੇ ਨਾਲ ਹੀ ਇਹਨੂੰ ਤੁਸੀਂ ਲਿਖਣਾ ਹੈ। ਏ ਲੱਗਿਆ ਹੋਇਆ, ਏ ਲਗਾਉਣਾ ਹੈ, 26 ਲੱਗਿਆ, ਉਸ ਤੋਂ ਬਾਅਦ ਹਾਈਫਨ, ਫਿਰ ਈਅਰ, ਫਿਰ ਹਾਈਫਨ, ਫਿਰ ਸਪੈਨ। ਓਵਰ ਅ ਪੀਰੀਅਡ ਆਫ 26 ਈਅਰਸ। ਹੁਣ ਇੱਕ ਪੀਰੀਅਡ ਹੈ 26 ਸਾਲਾਂ ਦਾ, ਇੱਥੇ 26 ਈਅਰਸ, ਇੱਥੇ ਤੁਸੀਂ ਐਸ ਲਗਾਓਗੇ, ਇੱਥੇ ਹਾਈਫਨ ਨਹੀਂ ਲੱਗਿਆ ਹੋਇਆ, ਇੱਥੇ ਤੁਸੀਂ ਐਸ ਲਗਾਓਗੇ। ਓਵਰ ਅ ਪੀਰੀਅਡ ਆਫ 26 ਈਅਰਸ, ਇੱਥੇ ਅਸੀਂ ਨੂਮੈਰੀਕਲ 'ਚ ਲਿਖਿਆ ਸੀ, ਇੱਥੇ ਅਸੀਂ ਵਰਡਿੰਗ ਦੇ ਵਿੱਚ ਲਿਖ ਸਕਦੇ ਹਾਂ 26 ਈਅਰਸ। ਤੁਸੀਂ ਨੂਮੈਰੀਕਲ 'ਚ ਵੀ ਲਿਖ ਸਕਦੇ ਹੋ, ਵਰਡਿੰਗ ਦੇ ਵਿੱਚ ਵੀ ਲਿਖ ਸਕਦੇ ਹੋ। ਨੈਕਸਟ ਹੈ ਸਪੈਨਿੰਗ ਬਿਟਵੀਨ 1985 ਐਂਡ 2011, ਮਤਲਬ ਕਿ ਬਿਟਵੀਨ 1985 ਐਂਡ 2011 ਕੀ ਹੈ, ਸਪੈਨਿੰਗ। ਇਹ ਤੁਸੀਂ ਵਰਡ ਡਾਇਰੈਕਟਲੀ ਯੂਜ਼ ਕਰ ਸਕਦੇ ਹੋ, ਸਪੈਨਿੰਗ, ਸਪੈਨ ਪਾ ਕੇ ING ਲੱਗਿਆ ਹੋਇਆ, ਸਪੈਨਿੰਗ ਬਿਟਵੀਨ 1985 ਐਂਡ 2011। ਇਹ ਸਾਰੇ ਦੇ ਸਾਰੇ ਫਰੇਜ਼ਿਸ, ਐਕਸਪ੍ਰੈਸ਼ਨਸ ਤੁਸੀਂ ਟਾਈਮ ਨੂੰ ਸ਼ੋਅ ਕਰਨ ਵਾਸਤੇ ਲਿਖ ਸਕਦੇ ਹੋ। ਇਹਨਾਂ ਦੇ ਵਿੱਚੋਂ ਕੋਈ ਵੀ ਫਰੇਜ਼ ਜਿਹੜੀ ਹੈ ਤੁਸੀਂ ਲਿਖਣੀ ਹੈ, ਪਰ ਧਿਆਨ ਨਾਲ ਲਿਖਣੀ ਹੈ। ਵਰਡਿੰਗ ਜਿਵੇਂ ਲਿਖੀ ਹੋਈ ਹੈ ਉਵੇਂ ਹੀ ਯੂਜ਼ ਕਰਨੀ ਹੈ। ਜੇ ਇੱਥੇ 26 ਈਅਰ ਸੀ, 26 ਈਅਰ ਲਿਖਤਾ। ਜਿੱਥੇ 5 ਸਾਲ ਹੈ 5 ਸਾਲ ਲਿਖਾਂਗੇ, 6 ਸਾਲ ਹੈ 6, ਜਿੰਨੇ ਵੀ ਈਅਰ ਤੁਹਾਡੇ ਕੋਲ ਹੈਗੇ ਨੇ ਉਸ ਤਰੀਕੇ ਨਾਲ ਲਿਖੋਗੇ, ਠੀਕ ਹੈ। ਇਹਨੂੰ ਨੂਮੈਰੀਕਲ ਦੇ ਵਿੱਚ, ਵਰਡਸ ਦੇ ਵਿੱਚ ਸਪੈਨਿੰਗ ਨਾਲ ਲਿਖ ਸਕਦੇ ਹੋ, ਠੀਕ ਹੈ। ਅ ਪੀਰੀਅਡ ਆਫ ਟਾਈਮ ਲਿਖ ਸਕਦੇ ਹੋ। ਸੋ ਇਸ ਤਰੀਕੇ ਨਾਲ ਇਹ ਵਰਡ ਯੂਜ਼ ਕਰਕੇ ਤੁਸੀਂ ਆਪਣੇ ਟਾਈਮ ਪੀਰੀਅਡ ਨੂੰ ਸ਼ੋਅ ਕਰ ਸਕਦੇ ਹੋ। ਹੁਣ ਅਸੀਂ ਕੁਝ ਕੁ ਹੋਰ ਐਗਜ਼ਾਮਪਲ ਦੇਖਦੇ ਹਾਂ ਜਿਨ੍ਹਾਂ ਦੇ ਵਿੱਚ ਅਸੀਂ ਇੰਟਰੋਡਕਸ਼ਨ ਲਿਖੀ ਹੈ। ਇਹਨਾਂ ਐਗਜ਼ਾਮਪਲਸ ਦੇ ਵਿੱਚ ਦੇਖੋ, ਇਹ ਐਕਚੁਅਲ ਦੇ ਵਿੱਚ ਆਪਾਂ ਨੂੰ ਸਟੇਟਮੈਂਟ ਦਿੱਤੀ ਹੋਈ ਹੈ ਗ੍ਰਾਫ ਦੀ। ਗ੍ਰਾਫ ਆਪਣੇ ਕੋਲ ਜੋ ਵੀ ਦਿੱਤਾ ਉੱਥੇ, ਇੱਥੇ ਮੈਂ ਜਸਟ ਸਟੇਟਮੈਂਟ ਲਿਖ ਰਿਹਾ, ਗ੍ਰਾਫ ਨਹੀਂ ਮੈਂ ਇੱਥੇ ਸ਼ੋਅ ਕਰ ਰਿਹਾ। ਸਟੇਟਮੈਂਟ ਐਕਚੁਅਲ ਦੇ ਵਿੱਚ ਇਹੀ ਦਿੱਤੀ ਹੋਈ ਹੈ। ਪਹਿਲੀ ਸਟੇਟਮੈਂਟ ਕੀ ਹੈ, ਦ ਗ੍ਰਾਫ ਸ਼ੋਜ਼ ਦ ਨਾਈਟ੍ਰੋਜਨ ਆਕਸਾਈਡ ਐਮਿਸ਼ਨ ਪ੍ਰੋਡਿਊਸਡ ਬਾਏ 4 ਵਹੀਕਲਸ। ਕਹਿੰਦੇ ਗ੍ਰਾਫ ਕੀ ਸ਼ੋਅ ਕਰ ਰਿਹਾ ਹੈ, ਨਾਈਟ੍ਰੋਜਨ ਆਕਸਾਈਡ ਐਮਿਸ਼ਨ। ਐਮਿਸ਼ਨ ਦਾ ਮਤਲਬ ਕੀ ਹੁੰਦਾ ਹੈ, ਧੂੰਆਂ ਛੱਡਣਾ, ਠੀਕ ਹੈ। ਪ੍ਰੋਡਿਊਸਡ ਬਾਏ 4 ਵਹੀਕਲਸ, 4 ਵਹੀਕਲਸ ਦੁਆਰਾ ਜਿਹੜਾ ਹੈ ਨਾਈਟ੍ਰੋਜਨ ਆਕਸਾਈਡ ਜਿਹੜਾ ਹੈ ਐਮਿਟ ਕੀਤੀ ਜਾਂਦੀ ਹੈ, ਛੱਡੀ ਜਾਂਦੀ ਹੈ। ਉਹ ਕਿਹੜੇ ਕਿਹੜੇ ਵਹੀਕਲਸ ਉਹ ਗ੍ਰਾਫ ਦੇ ਵਿੱਚ ਦਿੱਤੇ ਹੋਏ ਨੇ। ਆਪਾਂ ਇਹਨਾਂ ਨੂੰ ਪੈਰਾਫਰੇਜ਼ ਕਰਕੇ ਲਿਖਣਾ ਹੈ। ਪੈਰਾਫਰੇਜ਼ ਕਿਵੇਂ ਕਰਨੀ ਹੈ, ਦ ਪ੍ਰੋਵਾਈਡਡ, ਇੱਥੇ ਗਿਵਨ ਲਿਖਿਆ ਹੋਇਆ ਸੀ, ਆਪਾਂ ਗਿਵਨ ਦੀ ਜਗ੍ਹਾ ਤੇ ਪ੍ਰੋਵਾਈਡਡ ਵਰਡ ਯੂਜ਼ ਕੀਤਾ ਹੈ। ਇੱਥੇ ਗਿਵਨ ਲਿਖਿਆ ਹੋਇਆ ਸੀ, ਗਿਵਨ ਦੀ ਜਗ੍ਹਾ ਤੇ ਆਪਾਂ ਪ੍ਰੋਵਾਈਡਡ ਵਰਡ ਜਿਹੜਾ ਹੈ ਯੂਜ਼ ਕੀਤਾ ਹੈ। ਦ ਪ੍ਰੋਵਾਈਡਡ ਲਾਈਨ ਗ੍ਰਾਫ, ਇਹ ਕੀ ਹੈ, ਲਾਈਨ ਗ੍ਰਾਫ ਹੈ। ਇਲਸਟ੍ਰੇਟਸ, ਇੱਥੇ ਸ਼ੋਜ਼ ਦੀ ਜਗ੍ਹਾ ਤੇ ਆਪਾਂ ਲਿਖਿਆ ਹੈ ਇਲਸਟ੍ਰੇਟਸ। ਗ੍ਰਾਫ ਇੱਕ ਹੈ ਇਸ ਕਰਕੇ ਇੱਥੇ ਐਸ ਲੱਗੀ ਹੋਈ ਹੈ ਇਲਸਟ੍ਰੇਟ ਦੇ ਨਾਲ। ਕੀ ਹੈ, ਦ ਨਾਈਟ੍ਰੋਜਨ ਆਕਸਾਈਡ, ਕੀ ਸ਼ੋਅ ਕਰ ਰਿਹਾ ਹੈ ਗ੍ਰਾਫ, ਦ ਨਾਈਟ੍ਰੋਜਨ ਆਕਸਾਈਡ। ਦੇਖੋ ਇਹਨੂੰ ਤੁਸੀਂ ਚੇਂਜ ਨਹੀਂ ਕਰ ਸਕਦੇ, ਨਾਈਟ੍ਰੋਜਨ ਆਕਸਾਈਡ ਨੂੰ ਕਿਤੇ ਤੁਸੀਂ ਆਕਸੀਜਨ ਲਿਖਦੇ ਹੋ, ਨਾਈਟ੍ਰੋਜਨ ਆਕਸਾਈਡ ਉਵੇਂ ਹੀ ਰਹਿਣਾ ਹੈ। ਸਾਰੀਆਂ ਚੀਜ਼ਾਂ ਪੈਰਾਫਰੇਜ਼ ਨਹੀਂ ਹੁੰਦੀਆਂ, ਜਿਹੜੇ ਨਾਊਨਸ ਹੁੰਦੇ ਨੇ ਉਹ ਪੈਰਾਫਰੇਜ਼ ਨਹੀਂ ਹੁੰਦੇ, ਉਹ ਨਾਊਨ ਐਜ਼ ਇਟ ਇਜ਼ ਹੀ ਰਹਿੰਦੇ ਨੇ। ਨਾਈਟ੍ਰੋਜਨ ਆਕਸਾਈਡ ਅਮਿਟਡ, ਉੱਥੇ ਐਮਿਸ਼ਨ ਲਿਖਿਆ ਹੋਇਆ ਸੀਗਾ, ਐਮਿਸ਼ਨ ਪ੍ਰੋਡਿਊਸਡ ਬਾਏ, ਆਪਾਂ ਲਿਖਤਾ ਐਮਿਟਡ ਬਾਏ। ਨਾਈਟ੍ਰੋਜਨ ਆਕਸਾਈਡ ਅਮਿਟ ਕੀਤੀ ਜਾਂਦੀ ਹੈ, ਛੱਡੀ ਜਾਂਦੀ ਹੈ ਬਾਏ, ਉੱਥੇ ਸੀਗਾ ਬਾਏ, ਇੱਥੇ ਵੀ ਆਪਾਂ ਬਾਏ ਰੱਖਿਆ ਹੈ, ਬਾਏ ਬੱਸਿਸ, ਲੌਰੀਜ਼, ਪੈਟਰੋਲ ਕਾਰਜ਼ ਐਂਡ ਡੀਜ਼ਲ ਕਾਰਜ਼। ਸੋ ਇਸ ਤਰੀਕੇ ਨਾਲ ਅਸੀਂ ਇਨਫੋਰਮੇਸ਼ਨ ਨੂੰ ਚੇਂਜ ਕਰ ਦਿੱਤਾ, ਜਿਹੜੀ ਸਟੇਟਮੈਂਟ ਦਿੱਤੀ ਸੀ ਉਹਨੂੰ ਪੈਰਾਫਰੇਜ਼ ਕਰਕੇ ਲਿਖਤਾ। ਕਿਵੇਂ ਲਿਖਤਾ, ਦ ਗਿਵਨ ਗ੍ਰਾਫ, ਦ ਪ੍ਰੋਵਾਈਡਡ ਲਾਈਨ ਗ੍ਰਾਫ ਸ਼ੋਜ਼ ਇਲਸਟ੍ਰੇਟਸ ਦ ਨਾਈਟ੍ਰੋਜਨ ਆਕਸਾਈਡ ਐਮਿਸ਼ਨ ਪ੍ਰੋਡਿਊਸ ਦੀ ਜਗ੍ਹਾ ਤੇ, ਦੋਨੇ ਵਰਡ ਦੀ ਜਗ੍ਹਾ ਤੇ ਆਪਾਂ ਲਿਖਤਾ ਅਮਿਟਡ, ਅਮਿਟ ਕਰਦਾ ਹੈ, ਛੱਡਦਾ ਹੈ। ਬਾਏ 4, ਬਾਏ ਇੱਥੇ ਲਿਖਿਆ ਸੀਗਾ 4 ਵਹੀਕਲਸ, ਇੱਥੇ ਆਪਾਂ ਬੱਸਿਸ, ਲੌਰੀਜ਼, ਪੈਟਰੋਲ ਕਾਰਜ਼, ਡੀਜ਼ਲ ਕਾਰਜ਼, ਜਿਨ੍ਹਾਂ ਦੁਆਰਾ ਇਹ ਨਾਈਟ੍ਰੋਜਨ ਛੱਡੀ ਜਾਂਦੀ ਹੈ ਉਹਨਾਂ ਦਾ ਆਪਾਂ ਨਾਮ ਲਿਖਤਾ। ਇੱਥੇ ਇਹਨਾਂ ਨੇ 4 ਵਹੀਕਲਸ ਯੂਜ਼ ਕੀਤਾ ਸੀ, 4 ਵਹੀਕਲਸ ਆਪਾਂ ਇੱਥੇ ਮੈਂਸ਼ਨ ਕਰਦੇ ਕਿਹੜੇ ਕਿਹੜੇ ਸੀ। ਇਸ ਤਰੀਕੇ ਨਾਲ ਤੁਸੀਂ ਜਿਹੜਾ ਹੈ ਪੈਰਾਫਰੇਜ਼ ਕਰ ਸਕਦੇ ਹੋ। ਇੱਕ ਹੋਰ ਐਗਜ਼ਾਮਪਲ ਦੇਖਦੇ ਹਾਂ, ਦ ਗ੍ਰਾਫ ਬਿਲੋ ਸ਼ੋਜ਼, ਜਿਹੜਾ ਗ੍ਰਾਫ ਦਿੱਤਾ ਹੋਇਆ ਕੀ ਸ਼ੋ ਕਰਦਾ ਹੈ, ਦ ਪਰਸੈਂਟੇਜ ਆਫ ਪੀਪਲ, ਲੋਕਾਂ ਦੀ
परसेंटेज हू ट्रैवल्ड जिन्हां ने ट्रैवल किया सी बाय बस द्वारा इन द यूके दे विच फ्रॉम 2009 टू 2011 2009 तो लैके 2011 तक। आप इनू पैराफ्रेज करते हैं। द असाइंड हुण इत्थे की लिखिया सी द ग्राफ बिलो आप लिखता द असाइंड मतलब कि गिवन टेबल दिता होया है। टेबल डिपिक्ट्स शोज की जगह तो की लिखता डिपिक्ट्स द प्रपोर्शन परसेंटेज नूं की लिखता प्रपोर्शन ऑफ पीपल हू जिन्हां ने की कीता सी ट्रैवल कीता सी। इत्थे सीगा ट्रैवल्ड हू ट्रैवल्ड आपां इत्थे लिखता हू यूज्ड बस फॉर ट्रैवलिंग बिटवीन 2009 एंड 2011 इत्थे बिटवीन दे नाल एंड लग्या होया है, इत्थे फ्रॉम दे नाल टू लग्या होया सी। इस तरीके नाल असीं कुछ चीज़ां दे विच चेंज करके अपनी स्टेटमेंट नूं पैराफ्रेज कीता है। जिवें द असाइंड टेबल डिपिक्ट्स द प्रपोर्शन परसेंटेज दी जगह ते प्रपोर्शन ऑफ पीपल हू यूज्ड बस फॉर ट्रैवलिंग बिटवीन 2009 एंड 2011। इस तरीके नाल असीं देखदे हां ਜਦੋਂ भी ਤੁਸੀਂ टास्क 1 ਦੀ इंट्रोडक्शन लिखनी है उदों ਤੁਸੀਂ किस तरीके नाल पैराफ्रेज कर सकते हो। कुछ ਕੁ चीज़ों ਨੂੰ ਤੁਸੀਂ चेंज करके पैराफ्रेज कर सकते हो बट ये नहीं हैगा जे उन्होंने नाइट्रोजन ऑक्साइड लिखा है ਤੁਸੀਂ उसकी जगह ਤੇ ऑक्सीजन लिखते हो ਜਾਂ कोई होर गैस लिखते हो क्योंकि नाउनस हमेशा उवें ही रहते हैं वो चेंज नहीं होंगे। बट ਜਿਹੜੀਆਂ वर्ब्स यूज़ कीतियां ने कुछ जिमें शो यूज़ की है डिपिक्ट्स यूज़ कर सकते हैं। गिवन दिता होया है उसकी जगह ते असाइंड कर सकते हैं। प्रपोर्शन परसेंटेज कर सकते हैं। बिटवीन डैश एंड डैश ਜਿਹੜੀਆਂ मैं फ्रेजिज ਤੁਹਾਨੂੰ टाइम फ्रेजिज करवाइयां सी ना ਤੁਸੀਂ ਉਹ ਸਾਰੀਆਂ यूज़ कर सकते हो अकॉर्डिंग टू ग्राफ। बिटवीन डैश एंड डैश लिख सकते हो, फ्रॉम डैश एंड डैश लिख सकते हो, अ पीरियड ऑफ टाइम लिख सकते हो। ਜਿਹੜੀਆਂ भी फ्रेजिज मैं ਤੁਹਾਨੂੰ करवाइयां सी ਉਹ ਤੁਸੀਂ यूज़ करके अपने ग्राफ ਦੇ ਵਿੱਚ ईजिली पैराफ्रेज कर सकते हो। सो नैक्सट वीडियो ਦੇ ਅਸੀਂ ਦੇਖਾਂਗੇ किस तरीके ਨਾਲ ਅਸੀਂ ओवरऑल लिखना है। ਹੁਣ तक ਅਸੀਂ इंट्रोडक्शन तक ਜਿਹੜਾ है कंप्लीट कर लिया अपना टास्क। लास्ट वीडियोज़ ਦੇ ਵਿੱਚ ਅਸੀਂ ਦੇਖਿਆ ਸੀ ਕਿਹੜੇ ਅਸੀਂ वर्ड्स यूज़ करने ਹੁੰਦੇ ਨੇ ट्रेंड्स ਨੂੰ शो ਕਰਨ ਲੱਗੇ ਜਾਂ ਇਨਕਰੀਜ਼ ਡਿਕਰੀਜ਼ ਨੂੰ ਸ਼ੋ ਕਰਨ ਲੱਗੇ। ਸੋ ਤੁਸੀਂ ਲਾਸਟ ਵਾਲੀਆਂ ਸਾਰੀਆਂ ਵੀਡੀਓਜ਼ ਦੇਖੋ ਤਾਂ ਕਿ ਤੁਸੀਂ ਈਜ਼ੀਲੀ ਆਪਣਾ ਟਾਸਕ 1 ਜਿਹੜਾ ਕਵਰ ਕਰ ਸਕੋ। ਹੁਣ ਅਸੀਂ ਇੰਟਰੋਡਕਸ਼ਨ ਕੀਤੀ ਸੀ, ਨੈਕਸਟ ਵੀਡੀਓ ਦੇ ਵਿੱਚ ਅਸੀਂ ਓਵਰਆਲ ਕਰਾਂਗੇ। ਜੇ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ। ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਆਪਣੇ ਕੁਐਸਚਨਸ ਵੀ ਰੱਖ ਸਕਦੇ ਹੋ, ਮੈਂ ਤੁਹਾਡੇ ਕੁਐਸਚਨਸ ਦਾ ਡੈਫੀਨਿਟਲੀ ਜਵਾਬ ਦੇਵਾਂਗਾ। ਸੋ ਥੈਂਕ ਯੂ ਸਟੂਡੈਂਟਸ।